ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਬੱਸ ਅੱਡੇ ਦਾ ਦ੍ਰਿਸ਼ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੇਖ ਰਚਨਾ ਬਾਰੇ। ਲੇਖ ਰਚਨਾ ਕੀ ਹੈ? ਲੇਖ ਛੋਟੇ ਆਕਾਰ ਦੀ ਉਸ ਵਾਰਤਕ ਰਚਨਾ ਦਾ ਨਾਂ ਹੈ ਜਿਸ ਵਿੱਚ ਕਿਸੇ ਦਿੱਤੇ ਗਏ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਥਵਾ ਆਪਣੇ ਵਿਚਾਰ ਪ੍ਰਗਟਾਏ ਜਾਂਦੇ ਹਨ। ਇਹ ਵਿਚਾਰ ਇੱਕ ਖਾਸ ਤਰਤੀਬ ਵਿੱਚ ਹੁੰਦੇ ਹਨ। ਇਸ ਤਰ੍ਹਾਂ ਕਿਸੇ ਦਿੱਤੇ ਵਿਸ਼ੇ ਉੱਤੇ ਵਾਰਤਕ ਵਿੱਚ ਕੀਤੀ ਰਚਨਾ ਨੂੰ ਲੇਖ ਕਹਿੰਦੇ ਹਨ। ਲੇਖ ਦੇ 3 ਜ਼ਰੂਰੀ ਪੱਖ ਹਨ। ਪਹਿਲਾ ਹੈ ਵਿਚਾਰ ਜਾਂ ਵਿਸ਼ਾ। ਲੇਖ ਵਿੱਚ ਪ੍ਰਗਟ ਕੀਤਾ ਅਨੁਭਵ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਜਾਂ ਜੀਵਨ ਦੇ ਕਿਸੇ ਵਿਚਾਰ ਨੂੰ ਪ੍ਰਗਟਾਇਆ ਜਾ ਸਕਦਾ ਹੈ। ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਉੱਤੇ ਲੇਖ ਲਿਖਿਆ ਜਾ ਸਕਦਾ ਹੈ। ਲੇਖ ਲਈ ਵਿਸ਼ਾ ਉਹ ਚੁਣੋ ਜਿਸ ਬਾਰੇ ਪੂਰੀ ਜਾਣਕਾਰੀ ਹੋਵੇ। ਲੇਖ ਲਿਖਣ ਲਈ ਪਹਿਲਾ ਕਦਮ ਲੇਖ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ। ਇਸ ਨੂੰ ਠੀਕ ਤਰ੍ਹਾਂ ਸਮਝਣ ਨਾਲ ਪਤਾ ਲੱਗਦਾ ਹੈ ਕਿ ਲੇਖ ਵਿੱਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ। ਲੇਖ ਲਿਖਣ ਲਈ ਦੂਜਾ ਕਦਮ ਦਿੱਤੇ ਸਿਰਲੇਖ ਨਾਲ ਸੰਬੰਧਿਤ ਸਮੱਗਰੀ ਦੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਵਿਸ਼ੇ ਉੱਤੇ ਲੇਖ ਲਿਖਣ ਲਈ ਲੋੜੀਂਦੀ ਸਮੱਗਰੀ ਵਿਦਿਆਰਥੀ ਨੂੰ ਪਾਠ ਪੁਸਤਕਾਂ, ਆਮ ਗਿਆਨ ਦੀਆਂ ਪੁਸਤਕਾਂ, ਰਿਸਾਲੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ, ਇੰਟਰਨੈਟ, ਜਨਤਕ ਥਾਵਾਂ ਅਤੇ ਸਤਿਕਾਰਯੋਗ ਅਧਿਆਪਕਾਂ ਤੋਂ ਪ੍ਰਾਪਤ ਹੋ ਸਕਦੀ ਹੈ। ਲੇਖ ਦੇ ਵਿਸ਼ੇ ਨੂੰ ਸਪਸ਼ਟ, ਸਰਲ ਅਤੇ ਸਾਦੇ ਢੰਗ ਨਾਲ ਬਿਆਨ ਕੀਤਾ ਜਾਣਾ ਚਾਹੀਦਾ ਹੈ। ਵਿਸ਼ੇ ਤੋਂ ਇਲਾਵਾ ਭਾਸ਼ਾ ਵੀ ਲੇਖ ਦਾ ਜ਼ਰੂਰੀ ਪੱਖ ਹੈ ਕਿਉਂਕਿ ਲੇਖ ਲਿਖਿਆ ਹੀ ਵਾਰਤਕ ਵਿੱਚ ਜਾਂਦਾ ਹੈ ਅਤੇ ਇਸ ਦੀ ਰਚਨਾ ਸਮੇਂ ਭਾਸ਼ਾ ਦੀ ਸਰਲਤਾ ਅਤੇ ਵਿਆਕਰਣ ਦੇ ਨਿਯਮਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸ਼ੁੱਧ ਅਤੇ ਸਰਲ ਭਾਸ਼ਾ ਲੇਖ ਲਈ ਬਹੁਤ ਜ਼ਰੂਰੀ ਹੈ। ਭਾਸ਼ਾ ਵਿਆਕਰਨਿਕ ਤੌਰ 'ਤੇ ਸ਼ੁੱਧ ਹੋਵੇ। ਲੇਖ ਵਿੱਚ ਵਰਤੀ ਗਈ ਭਾਸ਼ਾ ਮਿਆਰੀ ਹੋਵੇ। ਸ਼ਬਦ ਜੋੜ ਮਿਆਰੀ ਅਤੇ ਪ੍ਰਵਾਨਿਤ ਹੋਣ। ਸ਼ੈਲੀ ਵੀ ਲੇਖ ਦਾ ਜ਼ਰੂਰੀ ਪੱਖ ਹੈ। ਸਧਾਰਨ ਰੂਪ ਵਿੱਚ ਸ਼ੈਲੀ ਨੂੰ ਬਿਆਨ ਕਰਨ ਦਾ ਢੰਗ ਹੀ ਆਖਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਨੂੰ ਸ਼ੁੱਧ ਭਾਸ਼ਾ ਵਿੱਚ ਬੱਝਵੇਂ, ਲੜੀਵਾਰ ਅਤੇ ਜ਼ੋਰਦਾਰ ਢੰਗ ਨਾਲ ਬਿਆਨ ਕਰਨਾ ਵੀ ਬਹੁਤ ਜ਼ਰੂਰੀ ਹੈ। ਲਿਖਤ ਦਾ ਪ੍ਰਭਾਵ ਵਾਕ ਵਿੱਚ ਢੁਕਵੇਂ ਸ਼ਬਦਾਂ, ਲੋੜੀਂਦੇ ਮੁਹਾਵਰਿਆਂ, ਅਖੌਤਾਂ ਆਦਿ ਦੀ ਸੁਚੱਜੀ ਵਰਤੋਂ ਨਾਲ ਵੱਧਦਾ ਹੈ। ਹਰ ਲੇਖ ਦੇ 3 ਹਿੱਸੇ ਹੁੰਦੇ ਹਨ।
ਆਦਿ, ਮੱਧ ਅਤੇ ਅੰਤ। ਆਦਿ ਵਿੱਚ ਤਾਂ ਕੇਵਲ ਲੇਖ ਦੇ ਵਿਸ਼ੇ ਨਾਲ ਮੁੱਢਲੀ ਜਾਣ ਪਹਿਚਾਣ ਕਰਵਾਈ ਜਾਂਦੀ ਹੈ। ਮੱਧ ਭਾਗ ਲੇਖ ਦਾ ਬਹੁਤ ਜ਼ਰੂਰੀ ਹਿੱਸਾ ਹੁੰਦਾ ਹੈ। ਇੱਥੇ ਵਿਚਾਰਾਂ ਨੂੰ ਵਿਸਥਾਰ ਦੇਣ ਦੀ ਜ਼ਰੂਰਤ ਹੁੰਦੀ ਹੈ। ਅੰਤ ਵਿੱਚ ਤਾਂ ਕੇਵਲ ਵਿਚਾਰਾਂ ਨੂੰ ਕਲਾਪੂਰਨ ਢੰਗ ਨਾਲ ਖਤਮ ਕਰਨਾ ਹੁੰਦਾ ਹੈ। ਹੁਣ ਅਸੀਂ ਬੱਸ ਅੱਡੇ ਦਾ ਦ੍ਰਿਸ਼ ਲੇਖ ਬਾਰੇ ਗੱਲਬਾਤ ਕਰਾਂਗੇ। ਭੂਮਿਕਾ। ਬੱਸ ਅੱਡੇ ਦਾ ਦ੍ਰਿਸ਼ ਬਹੁਤ ਹੀ ਦਿਲਚਸਪ ਅਤੇ ਉਤਸੁਕਤਾਪੂਰਨ ਹੁੰਦਾ ਹੈ। ਇੱਥੇ ਸਾਨੂੰ ਸਭ ਤਰ੍ਹਾਂ ਦੇ ਲੋਕ, ਅਮੀਰ ਅਤੇ ਗਰੀਬ, ਬੁੱਢੇ ਅਤੇ ਜਵਾਨ, ਜੋ ਕਿ ਅਲੱਗ-ਅਲੱਗ ਧਰਮਾਂ ਨਾਲ ਸੰਬੰਧਿਤ ਹੁੰਦੇ ਹਨ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਹਨ, ਦੇਖਣ ਨੂੰ ਮਿਲਦੇ ਹਨ। ਬੱਸ ਅੱਡਾ ਖੂਬ ਚਹਿਲ ਪਹਿਲ ਦੀ ਥਾਂ। ਬੱਸ ਅੱਡਾ ਆਪਣੇ ਆਪ ਵਿੱਚ ਇੱਕ ਵਸਦੀ ਰਸਦੀ ਦੁਨੀਆ ਹੈ। ਇਹ ਇੱਕ ਅਜਿਹਾ ਖਾਸ ਸਥਾਨ ਹੈ ਜਿੱਥੇ ਸਾਰਾ ਦਿਨ ਖੂਬ ਚਹਿਲ ਪਹਿਲ ਰਹਿੰਦੀ ਹੈ। ਇੱਥੇ ਹਰ ਵਰਗ ਦੇ ਲੋਕ ਬੱਸਾਂ ਦੀ ਉਡੀਕ ਵਿੱਚ ਖੜੇ ਦਿਖਾਈ ਦਿੰਦੇ ਹਨ। ਵੱਡੇ ਵੱਡੇ ਬੱਸ ਅੱਡਿਆਂ 'ਤੇ ਆਵਾਜਾਈ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਇੱਥੇ ਦਿਨ ਰਾਤ ਮੇਲਾ ਹੀ ਲੱਗਾ ਰਹਿੰਦਾ ਹੈ। ਇੱਥੇ ਹਰ ਰੋਜ਼ ਅਨੇਕਾਂ ਲੋਕ ਆਉਂਦੇ ਜਾਂਦੇ ਹਨ। ਬੱਸ ਅੱਡੇ 'ਤੇ ਜਾਣਾ। ਪਿਛਲੇ ਹਫ਼ਤੇ ਮੇਰੇ ਚਾਚਾ ਜੀ ਨੇ ਦਿੱਲੀ ਤੋਂ ਆਉਣਾ ਸੀ। ਉਹਨਾਂ ਦੀ ਬੱਸ ਸਵੇਰੇ 10 ਵਜੇ ਦੇ ਕਰੀਬ ਬੱਸ ਅੱਡੇ 'ਤੇ ਪਹੁੰਚਣੀ ਸੀ। ਮੇਰੇ ਦਾਦਾ ਜੀ ਨੇ ਮੇਰੀ ਡਿਊਟੀ ਲਗਾਈ ਕਿ ਮੈਂ ਆਪਣੇ ਚਾਚਾ ਜੀ ਨੂੰ ਬੱਸ ਅੱਡੇ ਤੋਂ ਘਰ ਲੈ ਕੇ ਆਵਾਂ। ਮੈਂ 1 ਘੰਟਾ ਪਹਿਲਾਂ ਹੀ ਬੱਸ ਅੱਡੇ 'ਤੇ ਪਹੁੰਚ ਗਿਆ ਕਿਉਂਕਿ ਮੇਰੇ ਮਨ ਵਿੱਚ ਚਾਚਾ ਜੀ ਨੂੰ ਮਿਲਣ ਦਾ ਬਹੁਤ ਚਾਅ ਸੀ। ਮੇਰੇ ਚਾਚਾ ਜੀ ਨੇ ਮੈਨੂੰ ਫੋਨ 'ਤੇ ਦੱਸਿਆ ਸੀ ਕਿ ਉਹਨਾਂ ਨੇ ਮੇਰੇ ਲਈ ਇੱਕ ਗੁੱਟ ਘੜੀ ਖਰੀਦੀ ਹੈ। ਇਸ ਕਰਕੇ ਚਾਚਾ ਜੀ ਨੂੰ ਮਿਲਣ ਦੇ ਨਾਲ ਨਾਲ ਮੈਨੂੰ ਗੁੱਟ ਘੜੀ ਦੀ ਵੀ ਉਡੀਕ ਸੀ। ਸੋ ਮੈਂ ਬੱਸ ਦੇ ਆਉਣ ਦੇ ਸਮੇਂ ਤੋਂ ਪਹਿਲਾਂ ਹੀ 1 ਘੰਟਾ ਜਾ ਕੇ ਬੱਸ ਅੱਡੇ 'ਤੇ ਬੈਠ ਗਿਆ। ਆਪਣਾ 1 ਘੰਟੇ ਦਾ ਸਮਾਂ ਬਤੀਤ ਕਰਨ ਲਈ ਮੈਂ ਬੱਸ ਅੱਡੇ 'ਤੇ ਇੱਧਰ ਉੱਧਰ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਉਸ 1 ਘੰਟੇ ਦੇ ਵਿੱਚ ਮੈਂ ਜੋ ਬੱਸ ਅੱਡੇ ਦਾ ਨਜ਼ਾਰਾ ਦੇਖਿਆ, ਉਸ ਦੇ ਕੁਝ ਦ੍ਰਿਸ਼ ਤੁਹਾਡੇ ਨਾਲ ਸਾਂਝੇ ਕਰਾਂਗਾ। ਸਵਾਰੀਆਂ ਦੀ ਗਹਿਮਾ ਗਹਿਮੀ। ਬੱਸ ਅੱਡੇ 'ਤੇ ਸਵਾਰੀਆਂ ਦੀ ਬੜੀ ਗਹਿਮਾ ਗਹਿਮੀ ਸੀ। ਕੁਝ ਸਵਾਰੀਆਂ ਟਿਕਟ ਲੈਣ ਲਈ ਕਤਾਰ ਵਿੱਚ ਖਲੋਤੀਆਂ ਸਨ, ਕੁਝ ਬੱਸ ਵੱਲ ਨੂੰ ਦੌੜ ਰਹੀਆਂ ਸਨ, ਕੁਝ ਸਵਾਰੀਆਂ ਬੱਸ ਤੋਂ ਉਤਰ ਰਹੀਆਂ ਸਨ, ਕੁਝ ਸਵਾਰੀਆਂ ਬੱਸ ਵਿੱਚ ਚੜ੍ਹ ਰਹੀਆਂ ਸਨ ਅਤੇ ਕੁਝ ਸਵਾਰੀਆਂ ਆਪਣੇ ਸਮਾਨ ਕੋਲ ਖਲੋ ਕੇ ਬੱਸ ਦੀ ਉਡੀਕ ਕਰ ਰਹੀਆਂ ਸਨ। ਬੱਸ ਅੱਡਾ ਭੀੜ ਭੜੱਕੇ ਵਾਲੀ ਜਗ੍ਹਾ। ਬੱਸ ਅੱਡਾ ਇੱਕ ਬਹੁਤ ਹੀ ਭੀੜ ਭੜੱਕੇ ਵਾਲੀ ਜਗ੍ਹਾ ਹੈ ਜਿੱਥੇ ਬੱਸਾਂ ਵੱਖ-ਵੱਖ ਦਿਸ਼ਾਵਾਂ ਵੱਲੋਂ ਆਉਂਦੀਆਂ ਅਤੇ ਜਾਂਦੀਆਂ ਹਨ। ਕਈ ਬੱਸਾਂ ਇੰਨੀਆਂ ਭਰੀਆਂ ਹੋਈਆਂ ਸਨ ਕਿ ਮੁਸਾਫਰਾਂ ਨੂੰ ਬੱਸਾਂ ਦੀਆਂ ਛੱਤਾਂ ਉੱਤੇ ਹੀ ਬੈਠਣਾ ਪੈਂਦਾ ਸੀ।
ਕਈ ਬੱਸਾਂ ਜਿਨ੍ਹਾਂ ਦਾ ਹਾਲੇ ਟਾਈਮ ਨਹੀਂ ਹੋਇਆ ਹੁੰਦਾ ਉਹ ਇੱਕ ਪਾਸੇ ਖੜੀਆਂ ਸਨ। ਇਸ ਤਰ੍ਹਾਂ ਬੱਸ ਅੱਡਾ ਇੱਕ ਵਿਅਸਤ ਥਾਂ ਹੈ ਜਿੱਥੇ ਕਈ ਬੱਸਾਂ ਆਉਂਦੀਆਂ ਅਤੇ ਕਈ ਬੱਸਾਂ ਜਾਂਦੀਆਂ ਹਨ। ਬੱਸ ਅੱਡਾ ਯਾਤਰੀਆਂ ਲਈ ਇੱਕ ਅਸਥਾਈ ਆਸਰਾ। ਮੈਂ ਦੇਖਿਆ ਕਿ ਬੱਸ ਅੱਡਾ ਯਾਤਰੀਆਂ ਲਈ ਇੱਕ ਅਸਥਾਈ ਆਸਰਾ ਹੈ। ਹਰ ਕੋਈ ਆਪਣਾ ਸਮਾਨ ਚੁੱਕ ਕੇ ਇੱਧਰ ਉੱਧਰ ਭੱਜਿਆ ਫਿਰਦਾ ਸੀ। ਕੋਈ ਕੰਡਕਟਰ ਨੂੰ ਬੱਸ ਬਾਰੇ ਪੁੱਛ ਰਿਹਾ ਸੀ, ਕੋਈ ਕਿਸੇ ਦੇ ਇੰਤਜ਼ਾਰ ਵਿੱਚ ਖੜ੍ਹਾ ਸੀ ਅਤੇ ਕੋਈ ਬੱਸ ਦੀ ਉਡੀਕ ਕਰ ਰਿਹਾ ਸੀ। ਬੱਸ ਅੱਡੇ 'ਤੇ ਖੜ੍ਹਾ ਹਰ ਇੱਕ ਮਨੁੱਖ ਆਪਣੀ ਹੀ ਵੱਖਰੀ ਦੁਨੀਆ ਵਿੱਚ ਗੁਆਚਿਆ ਫਿਰਦਾ ਸੀ। ਹਰ ਇਨਸਾਨ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਕਾਹਲ ਸੀ। ਕੋਈ ਬੱਸ ਲੈਣ ਲਈ ਬੱਸ ਅੱਡੇ ਦੇ ਅੰਦਰ ਆ ਰਿਹਾ ਸੀ ਅਤੇ ਕੋਈ ਬੱਸ 'ਚੋਂ ਉਤਰ ਕੇ ਬੱਸ ਅੱਡੇ ਦੇ ਬਾਹਰ ਜਾ ਰਿਹਾ ਸੀ। ਕੰਡਕਟਰ ਦਾ ਮਹਾਨ ਯੋਗਦਾਨ। ਬੱਸ ਅੱਡੇ 'ਤੇ ਕੰਡਕਟਰ ਵੀ ਉੱਚੀ ਉੱਚੀ ਹੋਕਾ ਦੇ ਰਹੇ ਸਨ। ਕੰਡਕਟਰ ਅਤੇ ਬੱਸ ਅੱਡੇ ਦੇ ਕਰਮਚਾਰੀ ਸਵਾਰੀਆਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਸਨ। ਜਿਸ ਦਿਸ਼ਾ ਵੱਲ ਭਾਵ ਜਿਸ ਸ਼ਹਿਰ ਵੱਲ ਬੱਸ ਜਾਣੀ ਸੀ, ਕੰਡਕਟਰ ਉਸ ਸ਼ਹਿਰ ਦਾ ਨਾਮ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਸਨ ਤਾਂ ਜੋ ਸਵਾਰੀਆਂ ਨੂੰ ਪਤਾ ਲੱਗ ਜਾਵੇ ਕਿ ਇਹ ਬੱਸ ਕਿਸ ਪਾਸੇ ਵੱਲ ਜਾਣੀ ਹੈ। ਤੁਸੀਂ ਵੀ ਬੱਸ ਅੱਡੇ 'ਤੇ ਕੰਡਕਟਰ ਦੀਆਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜ਼ਰੂਰ ਸੁਣੀਆਂ ਹੋਣਗੀਆਂ। ਕੰਡਕਟਰਾਂ ਦੇ ਕਾਊਂਟਰ। ਬੱਸ ਅੱਡੇ 'ਤੇ ਕੰਡਕਟਰਾਂ ਦੇ ਕਾਊਂਟਰ ਬਣੇ ਸਨ। ਕੰਡਕਟਰ ਆਪਣੇ ਆਪਣੇ ਕਾਊਂਟਰਾਂ 'ਤੇ ਬੈਠੇ ਸਨ। ਟਿਕਟਾਂ ਕੱਟਣ ਵਾਲਾ ਟਿਕਟਾਂ ਦੇ ਰਿਹਾ ਸੀ ਅਤੇ ਕੰਡਕਟਰ ਉੱਚੀ ਉੱਚੀ ਆਵਾਜ਼ ਦੇ ਕੇ ਸਵਾਰੀਆਂ ਨੂੰ ਬੁਲਾ ਰਹੇ ਸਨ। ਲੋਕ ਟਿਕਟਾਂ ਲੈ ਕੇ ਬੱਸਾਂ ਵਿੱਚ ਚੜ੍ਹ ਰਹੇ ਸਨ। ਸਵਾਰੀਆਂ ਵਿੱਚ ਹਫੜਾ ਦਫੜੀ। ਲੋਕਾਂ ਨੇ ਬੈਗ ਗਲਾਂ ਵਿੱਚ ਪਾਏ ਸਨ ਅਤੇ ਦੌੜ ਰਹੇ ਸਨ ਕਿ ਬੱਸ ਨਿਕਲ ਨਾ ਜਾਵੇ। ਜਿਨ੍ਹਾਂ ਨੇ ਦੂਰ ਦਾ ਸਫ਼ਰ ਕਰਨਾ ਸੀ ਉਹਨਾਂ ਨੇ ਵੱਡੇ ਵੱਡੇ ਅਟੈਚੀ ਕੇਸ ਅਤੇ ਟਰੰਕ ਵੀ ਫੜੇ ਸਨ। ਕੰਡਕਟਰ ਉਹਨਾਂ ਨੂੰ ਆਪਣਾ ਸਮਾਨ ਬੱਸ ਦੇ ਉੱਪਰ ਚੜ੍ਹਾਉਣ ਜਾਂ ਬੱਸ ਦੀ ਡਿੱਗੀ ਵਿੱਚ ਰੱਖਣ ਦੀ ਹਦਾਇਤ ਦੇ ਰਹੇ ਸਨ ਤਾਂ ਜੋ ਬੱਸ ਦੇ ਵਿੱਚ ਸਵਾਰੀਆਂ ਆਰਾਮ ਨਾਲ ਬੈਠ ਸਕਣ। ਭਿੰਨ ਭਿੰਨ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਆਪਣੇ ਆਪਣੇ ਨੰਬਰ 'ਤੇ ਖੜ੍ਹੀਆਂ ਹੁੰਦੀਆਂ ਹਨ। ਹਰ ਬੱਸ ਕੰਡਕਟਰ ਬਾਹਰ ਇੱਕ ਕੈਬਿਨ ਵਿੱਚ ਬੈਠ ਕੇ ਜਾਂ ਬੱਸ ਦੀ ਬਾਰੀ ਦੇ ਅੱਗੇ ਖੜ੍ਹਾ ਹੋ ਕੇ ਟਿਕਟਾਂ ਦੇ ਰਿਹਾ ਸੀ। ਲੋਕ ਕਤਾਰਾਂ ਬਣਾ ਕੇ ਟਿਕਟਾਂ ਲੈ ਰਹੇ ਸਨ ਅਤੇ ਬੱਸ ਵਿੱਚ ਸਵਾਰ ਹੋਈ ਜਾ ਰਹੇ ਸਨ। ਕਈ ਲੋਕ ਕਤਾਰ ਤੋੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਰਕੇ ਕਈ ਸਵਾਰੀਆਂ ਵਿੱਚ ਤੂੰ ਤੂੰ ਮੈਂ ਵੀ ਹੋ ਗਈ। ਪਰ ਕੰਡਕਟਰ ਨੇ ਕਤਾਰ ਤੋੜ ਕੇ ਅੱਗੇ ਆਉਣ ਵਾਲੇ ਕਾਹਲੇ ਨੌਜਵਾਨ ਨੂੰ ਸਮਝਾ ਕੇ ਕਤਾਰ ਦੇ ਪਿੱਛੇ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਿਹਾ ਅਤੇ ਭੀੜ ਸ਼ਾਂਤ ਹੋ ਗਈ। ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਮੇਂ ਦੇ ਪਾਬੰਦ। ਬੱਸ ਅੱਡੇ 'ਤੇ ਖੜ੍ਹੇ ਜੋ ਮੈਨੂੰ ਬਹੁਤ ਵਧੀਆ ਗੱਲ ਲੱਗੀ ਉਹ ਸੀ ਕਿ ਹਰ ਇੱਕ ਬੱਸ ਦਾ ਡਰਾਈਵਰ ਅਤੇ ਕੰਡਕਟਰ ਸਮੇਂ ਦਾ ਪਾਬੰਦ ਸੀ। ਜਦੋਂ ਬੱਸ ਦੇ ਚੱਲਣ ਦਾ ਸਮਾਂ ਹੁੰਦਾ ਤਾਂ ਕੰਡਕਟਰ ਸੀਟੀ ਵਜਾਉਂਦਾ ਅਤੇ ਡਰਾਈਵਰ ਆਪਣੀ ਸੀਟ ਉੱਪਰ ਬੈਠ ਕੇ ਬੱਸ ਨੂੰ ਲੈ ਤੁਰਦਾ। ਕਈ ਸਵਾਰੀਆਂ ਬੱਸ ਦੇ ਪਿੱਛੇ ਦੌੜ ਦੌੜ ਕੇ ਬੱਸ ਫੜਦੀਆਂ ਸਨ
ਪਰ ਡਰਾਈਵਰ ਅਤੇ ਕੰਡਕਟਰ ਪੂਰੇ ਸਮੇਂ 'ਤੇ ਬੱਸ ਨੂੰ ਲੈ ਤੁਰਦੇ ਸਨ। ਉਹ ਸਵਾਰੀਆਂ ਦੀ ਉਡੀਕ ਵਿੱਚ ਆਪਣਾ ਸਮਾਂ ਖਰਾਬ ਨਹੀਂ ਸੀ ਕਰਦੇ। ਕੁੱਲੀਆਂ ਦਾ ਮਹਾਨ ਯੋਗਦਾਨ। ਮੈਂ ਦੇਖਿਆ ਕਿ ਕਈ ਸਵਾਰੀਆਂ ਕੋਲ ਬਹੁਤ ਜ਼ਿਆਦਾ ਸਮਾਨ ਸੀ ਅਤੇ ਉਹ ਆਪ ਸਮਾਨ ਬੱਸ ਵਿੱਚ ਰੱਖ ਜਾਂ ਬੱਸ 'ਚੋਂ ਉਤਾਰ ਨਹੀਂ ਸੀ ਸਕਦੇ। ਬੱਸ ਅੱਡੇ 'ਤੇ ਬਹੁਤ ਸਾਰੇ ਕੁੱਲੀ ਸਨ ਜੋ ਸਵਾਰੀਆਂ ਦੀ ਮਦਦ ਕਰ ਰਹੇ ਸਨ। ਕਈ ਕੁੱਲੀ ਸਵਾਰੀਆਂ ਦੇ ਨਾਲ ਪੈਸਿਆਂ ਦੇ ਵਾਧੇ ਘਾਟੇ ਬਾਰੇ ਬਹਿਸ ਵੀ ਕਰ ਰਹੇ ਸਨ, ਪਰ ਕਈ ਕੁੱਲੀ ਚੁੱਪਚਾਪ ਸਵਾਰੀਆਂ ਦਾ ਸਮਾਨ ਬੱਸ ਵਿੱਚ ਰੱਖਣ ਅਤੇ ਬੱਸ ਵਿੱਚੋਂ ਉਤਾਰਨ ਵਿੱਚ ਸਵਾਰੀਆਂ ਦੀ ਮਦਦ ਕਰ ਰਹੇ ਸਨ। ਆਟੋ ਰਿਕਸ਼ਿਆਂ ਅਤੇ ਰਿਕਸ਼ੇ ਟਾਂਗਿਆਂ ਦੀ ਭੀੜ। ਬੱਸ ਅੱਡੇ 'ਤੇ ਰਿਕਸ਼ੇ ਟਾਂਗਿਆਂ ਵਾਲੇ ਉੱਚੀ ਉੱਚੀ ਹੋਕਾ ਦੇ ਰਹੇ ਸਨ। ਜਿਹੜੀਆਂ ਸਵਾਰੀਆਂ ਬੱਸ ਤੋਂ ਉਤਰ ਰਹੀਆਂ ਸਨ ਉਹ ਰਿਕਸ਼ੇ ਆਦਿ ਦੀ ਤਲਾਸ਼ ਕਰ ਰਹੀਆਂ ਸਨ। ਇੱਕ ਪਾਸੇ ਆਟੋ ਰਿਕਸ਼ਿਆਂ ਦੀ ਭੀੜ ਸੀ। ਆਟੋ ਰਿਕਸ਼ੇ ਵਾਲੇ ਵੀ ਉੱਚੀ ਉੱਚੀ ਆਵਾਜ਼ ਦੇ ਕੇ ਸਵਾਰੀਆਂ ਨੂੰ ਬੁਲਾ ਰਹੇ ਸਨ। ਇਸ ਤੋਂ ਬਿਨਾਂ ਬਾਹਰਲੀਆਂ ਥਾਵਾਂ ਤੋਂ ਆਉਣ ਵਾਲੀਆਂ ਸਵਾਰੀਆਂ ਜਲਦੀ ਜਲਦੀ ਬੱਸ ਤੋਂ ਉਤਰ ਰਹੀਆਂ ਸਨ ਅਤੇ ਬੱਸ ਅੱਡੇ ਦੇ ਬਾਹਰੋਂ ਰਿਕਸ਼ਾ ਜਾਂ ਆਟੋ ਰਿਕਸ਼ਾ ਲੈ ਕੇ ਆਪਣੇ ਆਪਣੇ ਟਿਕਾਣਿਆਂ 'ਤੇ ਜਾ ਰਹੀਆਂ ਸਨ। ਬੱਸ ਅੱਡੇ 'ਤੇ ਚੀਜ਼ਾਂ ਵੇਚਣ ਵਾਲਿਆਂ ਦੀ ਭੀੜ। ਇਸ ਤੋਂ ਇਲਾਵਾ ਇੱਥੇ ਅਖਬਾਰਾਂ ਵੇਚਣ ਵਾਲੇ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਵੀ ਹੋਕਾ ਦੇ ਦੇ ਕੇ ਆਪਣਾ ਸਮਾਨ ਵੇਚ ਰਹੇ ਸਨ। ਅਖਬਾਰਾਂ, ਰਿਸਾਲੇ ਅਤੇ ਹੋਰ ਕਈ ਭਾਂਤ ਦੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਆ ਰਹੀਆਂ ਸਨ। ਮੰਗਤੇ ਅਤੇ ਮੰਗਤੀਆਂ ਵੀ ਘੁੰਮ ਫਿਰ ਕੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸੁਣਾ ਕੇ ਭੀਖ ਮੰਗ ਰਹੇ ਸਨ। ਕਈ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਬੱਸਾਂ ਵਿੱਚ ਆ ਕੇ ਆਪਣਾ ਸਮਾਨ ਵੇਚ ਰਹੇ ਸਨ। ਬੱਸ ਅੱਡੇ 'ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਟਾਲ। ਬੱਸ ਅੱਡੇ ਦੇ ਅੰਦਰ ਚਾਹ, ਛੋਲੇ ਭਟੂਰੇ, ਫਲਾਂ ਆਦਿ ਦੇ ਸਟਾਲ ਲੱਗੇ ਹੋਏ ਸਨ। ਬੱਸਾਂ ਦੀ ਉਡੀਕ ਕਰਦੀਆਂ ਸਵਾਰੀਆਂ ਇਹਨਾਂ ਕੋਲੋਂ ਕਾਫੀ ਮਹਿੰਗੇ ਭਾਅ ਚੀਜ਼ਾਂ ਖਰੀਦ ਰਹੀਆਂ ਸਨ। ਬੱਸ ਅੱਡੇ 'ਤੇ ਕਈ ਦੁਕਾਨਾਂ ਵੀ ਬਣੀਆਂ ਹੋਈਆਂ ਹਨ ਜਿੱਥੋਂ ਯਾਤਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਸਨ। ਬੱਸ ਅੱਡੇ 'ਤੇ ਯਾਤਰੀਆਂ ਦੀ ਸਹੂਲਤ ਲਈ ਖਾਣ ਪੀਣ ਦਾ ਪ੍ਰਬੰਧ ਵੀ ਸੀ। ਬਹੁਤ ਸਾਰੀਆਂ ਚਾਹ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਵੀ ਸਨ। ਇਹ ਬੱਸ ਅੱਡਾ ਤਾਂ ਮਿੰਨੀ ਬਾਜ਼ਾਰ ਦੀ ਤਰ੍ਹਾਂ ਸੀ ਜੋ ਯਾਤਰੀਆਂ ਨੂੰ ਖਰੀਦੋ ਫਰੋਖਤ ਰਾਹੀਂ ਵਿਅਸਤ ਰੱਖ ਰਿਹਾ ਸੀ। ਬੱਸਾਂ ਵਿੱਚ ਚੀਜ਼ਾਂ ਵੇਚਣ ਵਾਲਿਆਂ ਦੀ ਭੀੜ। ਮੈਂ ਦੇਖਿਆ ਕਿ ਹਰ ਬੱਸ ਵਿੱਚ ਇੱਕ ਇੱਕ ਦੋ ਦੋ ਚੀਜ਼ਾਂ ਵੇਚਣ ਵਾਲੇ ਖੜੇ ਸਨ। ਉਹ ਸਵਾਰੀਆਂ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਗੱਲਾਂ ਨਾਲ ਭਰਮਾ ਰਹੇ ਸਨ। ਇਹ ਲੋਕ ਸੁਰਮਾ, ਪੈਨ, ਕੰਘੇ, ਸ਼ੀਸ਼ੇ, ਦਵਾਈਆਂ, ਚੁਟਕਲਿਆਂ ਦੀਆਂ ਕਿਤਾਬਾਂ ਆਦਿ ਵੇਚ ਰਹੇ ਸਨ। ਲੋਕਲ ਬੱਸਾਂ ਦਾ ਅੱਡਾ। ਇੱਕ ਪਾਸੇ ਲੋਕਲ ਬੱਸਾਂ ਦਾ ਅੱਡਾ ਸੀ। ਲੋਕ ਬੱਸਾਂ ਤੋਂ ਉਤਰ ਕੇ ਸਭ ਤੋਂ ਪਹਿਲਾਂ ਲੋਕਲ ਬੱਸਾਂ ਦੇ ਅੱਡੇ ਵੱਲ ਨੂੰ ਦੌੜ ਰਹੇ ਸਨ। ਉਹ ਰਿਕਸ਼ਿਆਂ ਅਤੇ ਆਟੋ ਵਾਲਿਆਂ ਦੀ ਲੁੱਟ ਤੋਂ ਬਚਣ ਲਈ ਲੋਕਲ ਬੱਸ 'ਤੇ ਜਾਣ ਨੂੰ ਤਰਜੀਹ ਦੇ ਰਹੇ ਸਨ।
ਪੁਲਿਸ ਕਰਮਚਾਰੀਆਂ ਦਾ ਮਹਾਨ ਯੋਗਦਾਨ। ਇਸ ਤਰ੍ਹਾਂ ਬੱਸ ਅੱਡੇ ਦਾ ਦ੍ਰਿਸ਼ ਰੌਲੇ ਰੱਪੇ ਨਾਲ ਭਰਪੂਰ ਸੀ। ਸਾਰੇ ਰੌਲੇ ਰੱਪੇ ਨੂੰ ਜਾਂ ਕਿਸੇ ਤਰ੍ਹਾਂ ਦੀ ਲੜਾਈ ਆਦਿ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਕਰਮਚਾਰੀ ਵੀ ਸਨ, ਜੋ ਜੇਬ ਕਤਰਿਆਂ ਅਤੇ ਅਣਸੁਖਾਵੀਆਂ ਘਟਨਾਵਾਂ ਤੋਂ ਮੁਸਾਫਰਾਂ ਦੀ ਰੱਖਿਆ ਕਰ ਰਹੇ ਸਨ। ਸਵਾਰੀਆਂ ਦੀਆਂ ਸਹੂਲਤਾਂ ਲਈ ਬਹੁਤ ਸਾਰੇ ਉਪਰਾਲੇ। ਬੱਸ ਅੱਡੇ 'ਤੇ ਮੁਸਾਫਰਾਂ ਦੀਆਂ ਸਹੂਲਤਾਂ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ। ਬੱਸ ਅੱਡੇ 'ਤੇ ਕਾਊਂਟਰ ਬਣੇ ਹਨ, ਜਿਸ ਵਿੱਚ ਬੈਠੇ ਮੁਲਾਜ਼ਮ ਮੁਸਾਫਰਾਂ ਨੂੰ ਬੱਸਾਂ ਦੇ ਸਮੇਂ ਬਾਰੇ ਦੱਸਦੇ ਹਨ। ਬੱਸਾਂ ਦੇ ਆਉਣ ਜਾਣ ਅਤੇ ਬੱਸ ਅੱਡੇ ਤੋਂ ਤੁਰਨ ਦਾ ਸਮਾਂ ਵੀ ਲਿਖਤੀ ਰੂਪ ਵਿੱਚ ਕਾਊਂਟਰਾਂ 'ਤੇ ਲਿਖਿਆ ਹੈ। ਪੜ੍ਹਿਆ ਲਿਖਿਆ ਵਿਅਕਤੀ ਉੱਥੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਬੱਸ ਅੱਡੇ 'ਤੇ ਸਾਫ਼ ਸਫਾਈ ਦਾ ਖਾਸ ਪ੍ਰਬੰਧ। ਬੱਸ ਅੱਡੇ 'ਤੇ ਜਗ੍ਹਾ ਜਗ੍ਹਾ ਕੂੜੇਦਾਨ ਪਏ ਹੋਏ ਹਨ। ਸਮਝਦਾਰ ਨਾਗਰਿਕ ਉਹਨਾਂ ਕੂੜੇਦਾਨਾਂ ਦੀ ਵਰਤੋਂ ਕਰਦੇ ਹਨ ਅਤੇ ਬੱਸ ਅੱਡੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦੇ ਹਨ। ਬੱਸ ਅੱਡੇ 'ਤੇ ਬਹੁਤ ਸਾਰੇ ਸਫਾਈ ਕਰਮਚਾਰੀ ਵੀ ਸਨ, ਜੋ ਮੁਸਾਫਰਾਂ ਦੀ ਸਹੂਲਤ ਲਈ ਬੱਸ ਅੱਡੇ ਦੀ ਸਾਫ਼ ਸਫਾਈ ਕਰ ਰਹੇ ਸਨ। ਉਹ ਮੁਸਾਫਰਾਂ ਦੁਆਰਾ ਪਾਏ ਹੋਏ ਖਿਲਾਰੇ ਨੂੰ ਨਾਲੋਂ ਨਾਲ ਚੁੱਕ ਰਹੇ ਸਨ। ਬੱਸ ਅੱਡੇ ਦੇ ਦ੍ਰਿਸ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬੱਸ ਅੱਡੇ ਦੇ ਦ੍ਰਿਸ਼ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ। ਮੈਨੂੰ ਇਹ ਸਮਝ ਲੱਗੀ ਕਿ ਸਾਨੂੰ ਸਾਰਿਆਂ ਨੂੰ ਸਮਝਦਾਰ ਨਾਗਰਿਕ ਬਣਨਾ ਚਾਹੀਦਾ ਹੈ। ਬੱਸ ਅੱਡੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਬੱਸ ਅੱਡੇ ਦੇ ਕਰਮਚਾਰੀਆਂ ਅਤੇ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਜੇਬ ਕਤਰਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਆਪਣੇ ਸਮਾਨ ਦੀ ਦੇਖਭਾਲ ਆਪ ਕਰਨੀ ਚਾਹੀਦੀ ਹੈ। ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਸੀਟ ਦੇਣੀ ਚਾਹੀਦੀ ਹੈ। ਕਤਾਰ ਵਿੱਚ ਖੜੇ ਹੋ ਕੇ ਟਿਕਟ ਲੈਣੀ ਚਾਹੀਦੀ ਹੈ। ਆਪਣੀ ਵਾਰੀ ਦੀ ਉਡੀਕ ਕਰਨੀ ਚਾਹੀਦੀ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਾਨੂੰ ਕਦੇ ਵੀ ਬੱਸ ਅੱਡੇ 'ਤੇ ਕਾਹਲੀ ਨਹੀਂ ਕਰਨੀ ਚਾਹੀਦੀ। ਸਬਰ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਜੋ ਸਾਡੀ ਅਣਗਹਿਲੀ ਕਾਰਨ ਕਿਸੇ ਦੀ ਜਾਨ ਜੋਖਮ ਵਿੱਚ ਨਾ ਪਵੇ ਅਤੇ ਇਸੇ ਤਰ੍ਹਾਂ ਬੱਸ ਅੱਡਿਆਂ 'ਤੇ ਰੌਣਕਾਂ ਲੱਗੀਆਂ ਰਹਿਣ। ਚਾਚਾ ਜੀ ਵਾਲੀ ਬੱਸ ਆਉਣੀ। ਅਚਾਨਕ ਮੇਰੀ ਨਿਗਾਹ ਦਿੱਲੀ ਵਾਲੀ ਬੱਸ 'ਤੇ ਪਈ। ਸ਼ਾਇਦ ਚਾਚਾ ਜੀ ਨੇ ਵੀ ਮੈਨੂੰ ਘੁੰਮਦੇ ਫਿਰਦੇ ਨੂੰ ਦੇਖ ਲਿਆ ਸੀ, ਇਸ ਲਈ ਉਹ ਬਾਂਹ ਬਾਹਰ ਕੱਢ ਕੇ ਮੈਨੂੰ ਬੁਲਾ ਰਹੇ ਸਨ। ਮੈਂ ਦੌੜ ਕੇ ਚਾਚਾ ਜੀ ਵੱਲ ਗਿਆ। ਉਹਨਾਂ ਨੇ ਕੁੱਟ ਕੇ ਮੈਨੂੰ ਆਪਣੇ ਕਲੇਜੇ ਨਾਲ ਲਾ ਲਿਆ। ਮੈਂ ਚਾਚਾ ਜੀ ਨੂੰ ਸਫ਼ਰ ਦਾ ਹਾਲ ਪੁੱਛਿਆ ਅਤੇ ਉਹਨਾਂ ਨੇ ਮੈਨੂੰ ਪੂਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ। ਇਸ ਤੋਂ ਬਾਅਦ ਮੈਂ ਚਾਚਾ ਜੀ ਦਾ ਸਮਾਨ ਫੜਿਆ ਅਤੇ ਅਸੀਂ ਦੋਵੇਂ ਬੱਸ ਅੱਡੇ ਤੋਂ ਬਾਹਰ ਆ ਗਏ। ਬੱਸ ਅੱਡੇ ਦੇ ਦ੍ਰਿਸ਼ ਬਾਰੇ ਚਾਚਾ ਜੀ ਨਾਲ ਗੱਲਬਾਤ। ਘਰ ਨੂੰ ਵਾਪਸ ਆਉਂਦਿਆਂ ਮੈਂ ਚਾਚਾ ਜੀ ਨੂੰ ਬੱਸ ਅੱਡੇ ਦੇ ਦ੍ਰਿਸ਼ ਬਾਰੇ ਦੱਸਿਆ ਤਾਂ ਚਾਚਾ ਜੀ ਨੇ ਮੈਨੂੰ ਸਮਝਾਇਆ ਕਿ ਸੜਕਾਂ ਦੀ ਹਾਲਤ ਵਧੀਆ ਹੋਣ ਨਾਲ ਦਿਨ ਬ ਦਿਨ ਬੱਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੱਸਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਬੱਸ ਅੱਡੇ ਦੀ ਮਹੱਤਤਾ ਵੀ ਵੱਧਦੀ ਜਾ ਰਹੀ ਹੈ। ਬੱਸ ਅੱਡੇ ਆਮ ਤੌਰ 'ਤੇ ਸੜਕ ਦੇ ਨਜ਼ਦੀਕ ਹੀ ਹੁੰਦੇ ਹਨ। ਕੁਝ ਵੱਡੇ ਬੱਸ ਅੱਡੇ ਜ਼ਿਲ੍ਹਾ ਹੈੱਡਕੁਆਟਰ
ਜਾਂ ਵੱਡੇ ਸ਼ਹਿਰਾਂ ਵਿੱਚ ਹੁੰਦੇ ਹਨ। ਇਹਨਾਂ ਵੱਡੇ ਬੱਸ ਅੱਡਿਆਂ ਤੋਂ ਇਲਾਵਾ ਦੇਸ਼ ਦੇ ਵਿੱਚ ਬਹੁਤ ਸਾਰੇ ਬੱਸ ਅੱਡੇ ਹਨ। ਵੱਡੇ ਬੱਸ ਅੱਡਿਆਂ ਦੇ ਉੱਪਰ ਟਿਕਟ ਕਾਊਂਟਰ ਹੁੰਦੇ ਹਨ, ਜਿੱਥੋਂ ਯਾਤਰੀ ਆਪਣੀ ਸੀਟ ਬੁੱਕ ਕਰਵਾ ਲੈਂਦੇ ਹਨ। ਕੁਝ ਬੱਸ ਅੱਡੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜਿੱਥੋਂ ਯਾਤਰੀ ਖੁੱਲ੍ਹੇ ਅਸਮਾਨ ਦੇ ਹੇਠਾਂ ਬੱਸ ਦੀ ਉਡੀਕ ਕਰਦੇ ਹਨ। ਯਾਤਰੀਆਂ ਨੂੰ ਆਪਣਾ ਸਿਰ ਢੱਕਣ ਲਈ ਕੋਈ ਥਾਂ ਨਹੀਂ ਮਿਲਦੀ। ਅਜਿਹੇ ਬੱਸ ਅੱਡਿਆਂ 'ਤੇ ਬਾਰਿਸ਼ ਦੇ ਦਿਨਾਂ ਵਿੱਚ ਜਾਂ ਬਹੁਤ ਜ਼ਿਆਦਾ ਗਰਮੀ ਹੋਣ 'ਤੇ ਜਾਂ ਬਹੁਤ ਜ਼ਿਆਦਾ ਠੰਡ ਹੋਣ 'ਤੇ ਯਾਤਰੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਕਰੀਬਨ ਸਾਰੇ ਬੱਸ ਅੱਡਿਆਂ 'ਤੇ ਚਾਹ ਦੀਆਂ ਦੁਕਾਨਾਂ ਹੁੰਦੀਆਂ ਹਨ। ਯਾਤਰੀ ਬੱਸ ਦੀ ਉਡੀਕ ਕਰਦੇ ਸਮੇਂ ਚਾਹ ਜਾਂ ਪਾਣੀ ਪੀ ਸਕਦੇ ਹਨ। ਬਹੁਤ ਸਾਰੇ ਸਮਾਨ ਵੇਚਣ ਵਾਲੇ ਉੱਚੀ ਬੋਲ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਜਿਹੜੇ ਸ਼ਹਿਰਾਂ ਵੱਲ ਜਾਂ ਪਿੰਡਾਂ ਵੱਲ ਨੂੰ ਘੱਟ ਬੱਸਾਂ ਜਾਂਦੀਆਂ ਹਨ, ਉਹ ਬੱਸਾਂ ਜਦੋਂ ਬੱਸ ਅੱਡੇ 'ਤੇ ਆਉਂਦੀਆਂ ਹਨ ਤਾਂ ਸਵਾਰੀਆਂ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ। ਲੋਕ ਇੱਕ ਦੂਜੇ ਨੂੰ ਧੱਕਾ ਦੇ ਕੇ ਪਹਿਲਾਂ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਕਈ ਵਾਰ ਲੜਾਈ ਝਗੜਾ ਵੀ ਹੋ ਜਾਂਦਾ ਹੈ ਅਤੇ ਸਵਾਰੀਆਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਬਹੁਤ ਸਾਰੇ ਹਾਦਸੇ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਦੇ ਹਨ। ਜੇਬ ਕਤਰੇ, ਪਾਖੰਡੀ ਸਾਧੂ ਅਤੇ ਚੋਰ ਲੁਟੇਰੇ ਵੀ ਕਈ ਵਾਰ ਭੋਲੇ ਭਾਲੇ ਯਾਤਰੀਆਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਗੁੰਮਰਾਹ ਕਰਕੇ ਲੁੱਟਦੇ ਹਨ। ਆਮ ਕਰਕੇ ਬੱਸ ਅੱਡਾ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਸਥਿਤ ਹੁੰਦਾ ਹੈ। ਜੇਕਰ ਬੱਸ ਅੱਡਾ ਕਿਸੇ ਖਾਲੀ ਜਗ੍ਹਾ 'ਤੇ ਵੀ ਹੋਵੇ ਤਾਂ ਵੀ ਬੱਸਾਂ ਅਤੇ ਯਾਤਰੀਆਂ ਦੀ ਭੀੜ ਉਸ ਨੂੰ ਭੀੜ ਭੜੱਕੇ ਵਾਲੀ ਜਗ੍ਹਾ ਬਣਾ ਦਿੰਦੀ ਹੈ। ਕਈ ਬੱਸ ਅੱਡਿਆਂ 'ਤੇ ਬਹੁਤ ਗੰਦਗੀ ਹੁੰਦੀ ਹੈ। ਲੋਕ ਖਾਣ ਪੀਣ ਦਾ ਸਮਾਨ ਇੱਧਰ ਉੱਧਰ ਸੁੱਟ ਦਿੰਦੇ ਹਨ। ਕਈ ਲੋਕ ਸਿਗਰਟ ਤੰਬਾਕੂ ਪੀਂਦੇ ਹਨ। ਕਈ ਲੋਕ ਨਸ਼ਾ ਕਰਕੇ ਬੱਸ ਅੱਡੇ 'ਤੇ ਪਏ ਰਹਿੰਦੇ ਹਨ, ਜੋ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਵਧਾਉਂਦੇ ਹਨ। ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਤਰ੍ਹਾਂ ਬੱਸ ਅੱਡਾ ਸਵਾਰੀਆਂ ਨੂੰ ਬੱਸ ਦੁਆਰਾ ਯਾਤਰਾ ਕਰਨ ਦਾ ਸਸਤਾ ਸਾਧਨ ਮੁਹੱਈਆ ਕਰਵਾਉਣ ਵਾਲੀ ਜਗ੍ਹਾ ਹੈ। ਬੱਸ ਅੱਡੇ ਤੋਂ ਬੱਸ ਲੈ ਕੇ ਗਰੀਬ ਤੋਂ ਗਰੀਬ ਬੰਦਾ ਵੀ ਆਪਣੀ ਮਿਥੀ ਹੋਈ ਮੰਜ਼ਿਲ 'ਤੇ ਪਹੁੰਚ ਸਕਦਾ ਹੈ। ਸਾਰੰਸ਼, ਚਾਚਾ ਜੀ ਨਾਲ ਬੱਸ ਅੱਡੇ ਬਾਰੇ ਗੱਲਾਂ ਕਰਦੇ ਕਰਦੇ ਅਸੀਂ ਘਰ ਪਹੁੰਚ ਗਏ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਰਸਤਾ ਕਿਵੇਂ ਬੱਸ ਅੱਡੇ ਦੀਆਂ ਗੱਲਾਂ ਕਰਦਿਆਂ ਕਰਦਿਆਂ ਖਤਮ ਹੋ ਗਿਆ। ਚਾਚਾ ਜੀ ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲਣ ਲੱਗ ਪਏ, ਪਰ ਮੇਰੇ ਕੰਨਾਂ ਵਿੱਚ ਅਜੇ ਵੀ ਬੱਸ ਅੱਡੇ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਰੱਬ ਕਰੇ ਦੁਨੀਆ ਦੇ ਸਾਰੇ ਬੱਸ ਅੱਡਿਆਂ 'ਤੇ ਇਸੇ ਤਰ੍ਹਾਂ ਹੀ ਰੌਣਕਾਂ ਲੱਗੀਆਂ ਰਹਿਣ ਅਤੇ ਮੁਸਾਫਰਾਂ ਦਾ ਆਉਣ ਜਾਣ ਬਣਿਆ ਰਹੇ। ਸੱਚਮੁੱਚ ਬੱਸ ਅੱਡੇ ਦਾ ਦ੍ਰਿਸ਼ ਆਪਣੇ ਆਪ ਵਿੱਚ ਇੱਕ ਅਨੋਖੀ ਦੁਨੀਆ ਹੈ। ਇਹ ਸੀ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਲੇਖ ਬੱਸ ਅੱਡੇ ਦਾ ਦ੍ਰਿਸ਼, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।